क्योंकि कैप्टन अमरिंदर सिंह तो कहते 85% वादे पूरे करी बैठे हैं और जिहड़ा समा रह गया उस दे विच बाकी रहिंदे वादे भी पूरे हो जाणगे। तो फिर इन्हां नूं क्यों लग्गिया कि आम आदमी पार्टी जिहड़ी आ वो पंजाब दे विच आऊगी और इस दे विच शामिल होई आ। केबल टीवी बारे बहुत कुछ होया, बहुत कुछ कहा गया जी। ये भी कहा गया भी ये अकाली दल चला रहा है जी, इन्होंने कब्जा कर लिया, वो सारा कुछ हो गया। मैं सारे चेहरिਆਂ ਨੂੰ भी जानदा, बहुत चंगी तरह जानदा जी। ਕਿਹੜੇ ਚਿਹਰੇ ਉਹ ਵੀ ਦੱਸ ਦਿਓ। ਇਹਨਾਂ ਨੇ ਇੰਨਾ ਕੁ ਵੱਡਾ ਉੱਥੇ ਜਿਹੜੀ ਮਾਈਨਿੰਗ ਦਾ ਕਾਰੋਬਾਰ ਚਲਾਇਆ, ਉਹਨੂੰ ਇੰਨੇ ਵੱਡੇ ਪੱਧਰ ਤੇ ਲੈ ਗਏ ਕਿ ਈਕੋਸਿਸਟਮ ਹੀ ਬਦਲ ਗਿਆ। ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਤਾਂ ਉਵੇਂ ਹੀ ਤੋੜ ਵਿਛੋੜੇ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਆ। ਸਿਆਸਤਦਾਨ ਜ਼ੋਰ ਲਾਉਂਦੇ ਆ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਚਿਹਰੇ ਆ ਉਹ ਸ਼ਾਮਲ ਕੀਤੇ ਜਾਣ ਹੋਰਨਾਂ ਪਾਰਟੀਆਂ ਦੇ। ਔਰ ਜਿਹੜੀ ਪਾਰਟੀ ਸੱਤਾ ਧਿਰ ਦੇ ਵਿੱਚ ਹੁੰਦੀ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਦੁਬਾਰਾ ਸੱਤਾ ਹਾਸਲ ਕਰਨੀ ਹੈ ਔਰ ਕਿਹੜੇ ਇਹੋ ਜਿਹੇ ਚਿਹਰੇ ਜਿਹੜੇ ਆ ਉਹ ਲੋਕਾਂ ਨੂੰ ਦਿੱਤੇ ਜਾਣ ਜੋ ਕਿ ਜਿੱਤਣ ਔਰ ਬਾਅਦ ਦੇ ਵਿੱਚ ਫਿਰ ਸਰਕਾਰ ਜਿਹੜੀ ਹੈ ਉਹਨਾਂ ਦੀ ਦੁਬਾਰਾ ਵਾਪਸ ਆਵੇ। ਪਟਿਆਲਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸ਼ਾਹੀ ਸ਼ਹਿਰ ਪਟਿਆਲਾ ਦੇ ਵਾਸੀ ਹੈ ਔਰ ਅੱਜ ਸਰਕਾਰ ਜਿਹੜੀ ਸੱਤਾ ਦੇ ਵਿੱਚ ਉਹਨਾਂ ਦੀ ਹੈ। ਉਹਨਾਂ ਦੀ ਪਾਰਟੀ ਦੇ ਵਿੱਚੋਂ ਟੁੱਟ ਕੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵਿਅਕਤੀ ਸ਼ਾਮਲ ਹੋਏ ਆ। ਉਹਨਾਂ ਦੇ ਖਾਸਮ ਖਾਸ ਵੀ ਰਹੇ ਆ, ਉਹ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਖਾਸਮ ਖਾਸ ਹੈ। ਪਰ ਸਭ ਤੋਂ ਪਹਿਲਾਂ ਉਹਨਾਂ ਤੋਂ ਇਹ ਜਾਣਦੇ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਕੀ ਸੀ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ 85% ਵਾਅਦੇ ਪੂਰੇ ਕਰੀ ਬੈਠੇ ਆ ਔਰ ਜਿਹੜਾ ਸਮਾਂ ਰਹਿ ਗਿਆ ਉਸ ਦੇ ਵਿੱਚ ਬਾਕੀ ਰਹਿੰਦੇ ਵਾਅਦੇ ਵੀ ਪੂਰੇ ਹੋ ਜਾਣਗੇ। ਤਾਂ ਫਿਰ ਇਹਨਾਂ ਨੂੰ ਕਿਉਂ ਲੱਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਊਗੀ ਔਰ ਇਸ ਦੇ ਵਿੱਚ ਸ਼ਾਮਲ ਹੋਏ ਆ। ਸਭ ਤੋਂ ਪਹਿਲਾਂ ਇਹੀ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦੀ ਵਜ੍ਹਾ ਕੀ ਸੀ। ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਅਗਲੀ ਵਾਰ ਸਾਡੀ ਫਿਰ ਸਰਕਾਰ ਬਣ ਜਾਣੀ। ਹਾਂਜੀ ਐਕਚੁਅਲੀ ਸਰ ਦੇਖੋ, ਆਮ ਆਦਮੀ ਪਾਰਟੀ ਦੀ ਸ਼ਾਮਲ ਹੋਣ ਦਾ ਜਿਹੜਾ ਹੈ ਆਪਣੇ ਕੋਲ ਇੱਕ ਲਾਈਵ ਐਗਜ਼ਾਮਪਲ ਹੈ ਜੀ। ਦਿੱਲੀ ਆਪਾਂ ਸਾਰੇ ਜਾਣਦੇ ਹਾਂ ਜੀ, ਦੇਖੀ ਹੈ। ਦਿੱਲੀ ਦੇ ਵਿੱਚ ਜੋ ਇੰਪਰੂਵਮੈਂਟ ਕੇਜਰੀਵਾਲ ਸਾਹਿਬ ਨੇ ਕੀਤੀ ਹੈ ਜੀ ਪਿਛਲੇ ਦੇਖੋ ਤੁਸੀਂ ਇੱਕ ਡੈਕੇਡ ਤੋਂ, ਮਤਲਬ ਉਹ ਇੰਨੀ ਕੁ ਵਿਜ਼ੀਬਲ ਆ ਅਤੇ ਆਪਾਂ ਨੂੰ ਦਿਖਦੀ ਹੈ, ਲੋਕ ਇੰਨੇ ਖੁਸ਼ ਹੈ ਜੀ ਉਹਨਾਂ ਤੋਂ ਉੱਥੋਂ। ਤਾਂ ਉਹ ਮੈਨੂੰ ਲੱਗਦਾ ਕਿ ਜੇ ਆਪਾਂ ਪੋਲਿਸੀਜ਼ ਜਿਹੜੀਆਂ ਨੇ ਉਹਨਾਂ ਦੀਆਂ ਉਰੇ ਵੀ ਇੰਪਲੀਮੈਂਟ ਕਰਦੇ ਹਾਂ ਜਾਂ ਪਾਰਟੀ ਦੀਆਂ, ਨਾਟ ਈਵਨ ਇੱਕ ਇੰਡੀਵਿਜੂਅਲ ਦੀ ਗੱਲ ਨਾ ਕਰੀਏ, ਇੱਕ ਆਮ ਆਦਮੀ ਪਾਰਟੀ ਦੀ ਜੋ ਆਈਡੀਓਲੋਜੀ ਹੈ, ਮੈਨੂੰ ਲੱਗਦਾ ਵੀ ਪੰਜਾਬ ਫਾਈਨੈਂਸ਼ੀਅਲੀ ਜਿਹੜਾ ਹੈ ਉਹ ਸੈਲਫ ਰਿਲਾਇੰਟ ਹੋ ਸਕਦਾ ਜੀ। ਇਹਦੇ ਨਾਲ ਜਿਹੜੀਆਂ ਲਿਕਰ ਹੈਗੀਆਂ ਜਾਂ ਹੋਰ ਟਰੇਡ ਹੈ ਜਾਂ ਮਾਈਨਿੰਗ ਹੈ ਜੀ, ਉਹਨਾਂ ਨੂੰ ਤੁਸੀਂ ਗਵਰਨਮੈਂਟ ਐਂਬਿਟ 'ਚ ਲੈ ਕੇ ਆਉਂਦੇ ਹੋ ਤਾਂ ਆਪਣੇ ਆਪ ਕੋਲ ਇੰਨਾ ਕੁ ਪੈਸਾ ਆ ਜਾਊਗਾ ਵੀ ਹੁਣ ਕਈ ਸਟੇਟਾਂ ਆਪਾਂ ਦੇਖੀਆਂ ਨਹੀਂ ਜਿੱਥੇ ਈਵਨ ਸਬਜ਼ੀਆਂ ਨੂੰ ਵੀ MSP ਸਟੇਟ ਦੇ ਰਹੀ ਹੈ, ਉਹ ਸੈਂਟਰ ਕਨੀ ਵੀ ਨਹੀਂ ਦੇਖਦੇ। ਸਬਜ਼ੀਆਂ ਨੂੰ ਵੀ ਉਹਨਾਂ ਨੇ ਆਪ MSP ਦੇਣੀ ਸ਼ੁਰੂ ਕਰਤੀ ਹੈ ਸਟੇਟ ਲੈਵਲ 'ਤੇ, ਅਤੇ ਆਪਣੇ ਪੰਜਾਬ ਕੋਲ ਪੈਸਾ ਹੀ ਹੈ ਨਹੀਂ। ਉਹ ਪੈਸਾ ਕਿਉਂ ਨਹੀਂ ਜੀ? ਪਹਿਲਾਂ ਜਿਹੜੇ ਅਕਾਲੀ ਦਲ ਨੇ ਸੀ ਉਹਨਾਂ ਨੇ ਆਪਣੇ ਪਰਸਨਲ ਬੰਦਿਆਂ ਨੂੰ ਦਿੰਦੇ ਰਹੇ ਠੇਕੇ, ਬਾਅਦ ਦੇ ਵਿੱਚ ਹੁਣ ਇਹਨਾਂ ਨੇ ਸੇਮ ਪਾਲਿਸੀਜ਼ ਨੂੰ ਕੰਟੀਨਿਊ ਕਰ ਲਿਆ ਜੀ। ਮੈਨੂੰ ਉਹ ਉਮੀਦ ਨਹੀਂ ਸੀ ਕਿ ਕਾਂਗਰਸ ਉਹੀ ਸਾਰੀਆਂ ਪਾਲਿਸੀਜ਼ ਅਕਾਲੀ ਦਲ ਦੀਆਂ ਕੰਟੀਨਿਊ ਕਰੂਗੀ ਜੀ, ਪਰ ਉਹਨਾਂ ਨੇ ਇਹ ਜਿਹੜੇ ਕੀਤਾ ਉਹਦੇ ਨਾਲ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੋਇਆ ਜੀ। ਅਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਦੋਂ ਪਾਵਰ 'ਚ ਆਊਗੀ ਤਾਂ ਉਹ ਸਾਰੀਆਂ ਪਾਲਿਸੀਜ਼ ਇੱਕ ਸਟੇਟ ਐਕਸਚੇਕਰ ਨੂੰ, ਇੱਕ ਆਪਣੇ ਪੰਜਾਬ ਸਟੇਟ ਨੂੰ ਉਹ ਸਮਾਂ ਇੱਕ ਇਨਕਮ ਸੋਰਸ ਬਣਨਗੀਆਂ, ਨਾ ਕਿ ਇੰਡੀਵਿਜੂਅਲ ਕਿਸੇ ਬੰਦੇ ਦਾ ਸੋਰਸ ਬਣਨਗੀਆਂ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਸ ਤਰ੍ਹਾਂ ਜੁੜੇ ਰਹੇ ਹੋ, ਕਿਸ ਤਰ੍ਹਾਂ ਦੇ ਰਿਸ਼ਤੇ ਸੀਗੇ ਉਹਨਾਂ ਦੇ ਨਾਲ ਤੁਹਾਡੇ? ਦੇਖੋ, ਮੈਂ ਕੈਪਟਨ ਸਾਹਿਬ ਨਾਲ ਕੋਈ ਡਾਇਰੈਕਟਲੀ ਮੈਂ ਕਹਾਂ ਮੈਂ ਬਹੁਤ ਚੰਗੀ ਤਰ੍ਹਾਂ ਹੈ ਕਿ ਇਹ ਬਹੁਤ ਨੇੜਲਾ ਰਿਲੇਟਡ ਨਹੀਂ ਸੀ ਜੀ। ਮੈਂ ਮਹਾਰਾਣੀ ਸਾਹਿਬ ਨਾਲ ਹੀ ਰਿਲੇਟਡ ਸੀ। ਮਹਾਰਾਣੀ ਸਾਹਿਬ ਦਾ ਜਿੰਨਾ ਮੀਡੀਆ ਸੀਗਾ ਜੀ ਮੈਂ ਉਹ ਹੈਂਡਲ ਕਰਦਾ ਸੀ, ਐਜ਼ ਅ ਟੀਮ ਹੈਂਡਲ ਕਰਦਾ ਸੀਗਾ, ਠੀਕ ਹੈ। ਅਤੇ ਉਹ ਅਸੀਂ 2-3 ਜਣਿਆਂ ਦੀ ਟੀਮ ਸੀ, ਮੈਂ ਇਕੱਲੇ ਨੇ ਵੀ ਬਹੁਤ ਵਾਰ ਕੀਤਾ ਜੀ। ਅਤੇ ਪਰ ਮੈਂ ਕੰਟੀਨਿਊਸਲੀ ਇੱਕ ਡੈਕੇਡ ਉਹਨਾਂ ਦੀ ਇਹ ਸੇਵਾ ਕਰਦਾ ਰਿਹਾ ਜੀ। ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਹੈਗੇ ਜੀ ਮਹਾਰਾਜ ਸਾਹਿਬ ਦਾ ਵੀ ਮੈਂ 2012 ਦੇ ਵਿੱਚ ਪ੍ਰੈਸ ਕਾਨਫਰੰਸਿਸ ਜਿਹੜੀਆਂ ਹੈਗੀਆਂ ਉਹ ਹੈਂਡਲ ਕੀਤੀਆਂ ਜੀ। 2009 'ਚ ਬਾਈ ਇਲੈਕਸ਼ਨ ਸੀਗੀ ਜੀ ਇੱਥੇ ਬਨੂੜ ਡੇਰਾ ਬੱਸੀ ਕੌਂਸਟੀਚੁਐਂਸੀ, ਉਹਦੇ 'ਚ ਜਿੰਨੀਆਂ ਕਾਨਫਰੰਸਿਸ ਹੋਈਆਂ ਸੀ ਮਹਾਰਾਜ ਸਾਹਿਬ ਦੀਆਂ ਉਹ ਵੀ ਮੈਂ ਹੀ ਹੈਂਡਲ ਕੀਤੀਆਂ ਸੀ ਜੀ। ਤਾਂ ਉਹਦੇ ਨਾਲ ਮੈਂ ਉਹਨਾਂ ਦੀ ਮਤਲਬ ਕਾਫੀ ਟਾਈਮ ਤੋਂ ਅੱਜ ਵੀ ਰਿਸਪੈਕਟ ਕਰਦਾ ਜੀ। ਇਹ ਨਹੀਂ ਪਰਸਨਲੀ ਮੈਂ ਅੱਜ ਵੀ ਉਹਨਾਂ ਦੀ ਰਿਸਪੈਕਟ ਕਰਦਾ, ਪਰ ਠੀਕ ਹੈ ਮੈਂ ਉਹਨਾਂ ਦੀ ਪੋਲਿਸੀਜ਼ ਤੋਂ ਖੁਸ਼ ਨਹੀਂ ਹੋਇਆ ਜੀ। ਤਾਂ ਜੋ ਮੈਂ ਉਹਨਾਂ ਨੂੰ ਆਊਟ ਆਫ ਪਾਵਰ ਹੀ ਦੇਖਿਆ। ਉਹ ਜਿਹੜੀਆਂ ਪਾਲਿਸੀ ਆ ਜਿਹੜੀਆਂ ਤਾਂ ਲੱਗਦੀਆਂ ਕਿ ਮਹਾਰਾਜਾ ਸਾਹਿਬ ਨਹੀਂ ਪੂਰੀਆਂ ਕਰ ਸਕੇ ਜਾਂ ਕੈਪਟਨ ਸਰਕਾਰ ਦੇ ਵੇਲੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਉਹਨੂੰ ਨਹੀਂ ਪੂਰੇ ਹੋਏ, ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਹੋ। ਦੇਖੋ, ਅੱਜ ਪੰਜਾਬ ਇੱਕ ਡਿਜ਼ਾਸਟਰ ਦੇ ਮੋੜ 'ਤੇ ਖੜ੍ਹਾ ਹੈ ਜੀ, ਠੀਕ ਹੈ ਨਾ। ਅੱਜ ਇੱਥੇ ਡਿਜ਼ਾਸਟਰ ਹੀ ਹੈ ਜੀ, ਇਹਨੂੰ ਆਪਾਂ ਡਿਜ਼ਾਸਟਰ ਹੀ ਕਹਿ ਸਕਦੇ ਹਾਂ ਕਿ ਫਾਈਨੈਂਸ਼ੀਅਲੀ ਇੰਨਾ ਕੁ ਡਾਊਨ ਹੋ ਗਿਆ ਹੈ ਕਿ ਕਿਸੇ ਟਾਈਮ 'ਤੇ ਪੰਜਾਬ ਪਹਿਲੇ 1-2 ਸਟੇਟਸ 'ਚ ਆਉਂਦਾ ਸੀ ਜੀ ਇੰਡੀਆ ਦੇ, ਅੱਜ ਉਹਦਾ ਜਿਹੜੀ ਰੈਂਕਿੰਗ ਹੈ ਉਹ 10 ਤੋਂ ਨੀਚੇ ਚਲੀ ਗਈ ਹੈ। ਕੋਈ 13 ਵੀ ਕਹਿੰਦੇ ਆ, ਕਈ ਸਰਵੇ 14 ਕਹਿੰਦੇ ਆ। ਅਤੇ ਮੈਨੂੰ ਲੱਗਦਾ ਆਉਂਦੇ ਜੇ ਆਹੀ ਹਾਲ ਰਿਹਾ ਤਾਂ 1 ਸਾਲ ਦੇ ਅੰਦਰ 2 ਸਾਲਾਂ 'ਚ ਜੇ ਆਮ ਆਦਮੀ ਪਾਰਟੀ ਦੀ ਤੁਸੀਂ
ਚਾਂਸ ਨਹੀਂ ਦਿੰਦੇ ਦੁਬਾਰਾ ਪੰਜਾਬ ਦੇ ਲੋਕ, ਤਾਂ ਮੈਨੂੰ ਇਹ ਲੱਗਦਾ ਜੀ ਵੀ ਉਹ ਜਿਹੜੀ ਰੈਂਕਿੰਗ ਹੈ ਉਹ 20-22 ਤੱਕ ਚਲੀ ਜਾਣੀ ਹੈ। ਜ਼ਿਆਦਾ ਮੰਤਰੀ ਤਾਂ ਇਹ ਗੱਲ ਕਹਿੰਦੇ ਆ ਕਿ ਅਕਾਲੀ ਦਲ ਵੇਲੇ ਇਸ ਤਰ੍ਹਾਂ ਦਾ ਘਾਟਾ ਪਿਆ, ਖਜ਼ਾਨੇ ਨੂੰ ਖੋਰਾ ਅਕਾਲੀ ਦਲ ਵੇਲੇ ਲੱਗਿਆ, ਔਰ ਸਾਡੇ ਵੇਲੇ ਅਸੀਂ ਜਿਹੜਾ ਉਹ ਕਮਾਈ ਕਰਕੇ ਦੇ ਰਹੇ ਹਾਂ, ਔਰ ਹੁਣ ਪੰਜਾਬ ਜਿਹੜਾ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ। ਕਿਉਂਕਿ ਜਦੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਤਾਂ ਉਦੋਂ ਵੀ ਉਹਨਾਂ ਨੇ ਇਹੀ ਗੱਲਾਂ ਕਹੀਆਂ। ਸਰ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਜੀ, ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕੋ ਗੱਲ ਕਹੂੰਗਾ, ਮੈਂ ਜ਼ਿਆਦਾ ਲੰਬੀਆਂ ਗੱਲਾਂ ਨਹੀਂ ਕਰਦਾ, ਸਿਰਫ ਇੱਕ ਐਗਜ਼ਾਮਪਲ ਹੀ ਦਊਂਗਾ ਜੀ। ਉਹ ਕੇਬਲ ਟੀਵੀ ਬਾਰੇ ਬਹੁਤ ਕੁਝ ਹੋਇਆ, ਬਹੁਤ ਕੁਝ ਕਿਹਾ ਗਿਆ ਜੀ। ਇਹ ਵੀ ਕਿਹਾ ਗਿਆ ਵੀ ਇਹ ਅਕਾਲੀ ਦਲ ਚਲਾ ਰਿਹਾ ਜੀ, ਇਹਨਾਂ ਨੇ ਕਬਜ਼ਾ ਕਰ ਲਿਆ ਉਹਦੇ ਤੇ, ਸਾਰਾ ਕੁਝ ਹੋ ਗਿਆ। ਜਦੋਂ ਇਲੈਕਸ਼ਨ ਹੋਈ ਜੀ, ਇਹ 17 ਦੀ ਇਲੈਕਸ਼ਨ ਚਲਾ ਲਓ, ਚਾਹੇ ਈਵਨ 2012 ਦੀ ਇਲੈਕਸ਼ਨ 'ਚ ਵੀ ਸਾਡੇ ਕੋਲ ਫਾਈਲਸ ਵੀ ਤਿਆਰ ਹੋ ਗਈਆਂ ਸੀ ਵੀ ਜੇ ਅਸੀਂ ਸਰਕਾਰ ਪਾਵਰ 'ਚ ਆ ਜਾਂਦੀ ਹੈ ਕਾਂਗਰਸ ਦੀ, ਤਾਂ 1 ਮਹੀਨੇ ਦੇ ਅੰਦਰ ਉਹ ਸਾਰਾ ਸਿਸਟਮ ਚੇਂਜ ਕਰ ਦਾਂਗੇ, ਕਿਹੜੇ ਨਵੇਂ ਬੰਦਿਆਂ ਨੂੰ ਦੇਵਾਂਗੇ, ਕੀ ਕਰਾਂਗੇ ਤੇ ਉਹਦਾ ਕੀ ਸੈਟਅਪ ਹੋਊਗਾ, ਕਿਵੇਂ ਸਟੇਟ ਨੂੰ ਪੈਸਾ ਜਾਣਾ ਚਾਹੀਦਾ ਉਹਦੇ ਤੋਂ ਰਾਦਰ ਦੈਨ ਇੰਡੀਵਿਜੂਅਲ ਕਿਸੇ ਪਰਸਨਲ ਬੰਦੇ ਦੇ। ਉਹ ਸਾਰੀਆਂ ਫਾਈਲਾਂ ਮੈਂ ਆਪ ਬਣਾਈਆਂ ਸੀ ਜੀ, ਆਪ ਬਣਾ ਕੇ ਮੇਰੇ ਹੱਥੋਂ ਨਿਕਲੀਆਂ ਨਹੀਂ ਫਾਈਲਾਂ। ਉਹ ਫਾਈਲਾਂ ਆਈ ਪਈਆਂ ਹੋਣੀਆਂ, ਹੋ ਸਕਦਾ ਮੇਰੇ ਕਿਸੇ ਘਰੇ ਕੋਨੇ 'ਚ ਵੀ ਪਈਆਂ ਹੋਣ, ਠੀਕ ਹੈ। ਤੇ ਸਰਕਾਰ ਵੀ ਬਣੀ 17 'ਚ, ਸਾਰਾ ਕੁਝ ਹੋਇਆ ਜੀ, ਤੇ ਆਪਾਂ ਨੂੰ ਵੀ ਪਤਾ ਵੀ ਕੇਬਲ 'ਚ ਕੀ ਚੇਂਜ ਹੋ ਗਿਆ। ਇਲਜ਼ਾਮ ਇਹ ਵੀ ਲੱਗਦੇ ਆ ਕਿ ਜਿਹੜਾ ਕੇਬਲ ਮਾਫੀਆ ਸੀਗਾ, ਪਹਿਲਾਂ ਜਿਹੜਾ ਪੈਸਾ ਉਹ ਅਕਾਲੀ ਦਲ ਦੀ ਸਰਕਾਰ ਨੂੰ ਜਾਂਦਾ ਸੀ, ਉਹਦੇ ਮੰਤਰੀਆਂ ਨੂੰ ਜਾਂਦਾ ਸੀ, ਬਾਅਦ ਦੇ ਵਿੱਚੋਂ ਚਿਹਰੇ ਜਿਹੜੇ ਆ ਉਹ ਬਦਲ ਗਏ। ਜਦੋਂ ਕਾਂਗਰਸ ਦੀ ਸਰਕਾਰ ਬਣੀ ਤਾਂ ਫਿਰ ਉਹਨਾਂ ਦੇ ਜਿਹੜੇ ਚਿਹਰੇ ਸੀਗੇ ਉਹੀ ਪੈਸਾ ਉਹਨਾਂ ਨੂੰ ਜਾਣ ਲੱਗ ਗਿਆ, ਇਸ ਕਰਕੇ ਮਾਫੀਆ ਤਬਦੀਲ ਨਹੀਂ ਹੋਇਆ, ਮਾਫੀਆ ਉੱਥੇ ਦਾ ਉੱਥੇ ਖੜਾ। ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ, ਮੈਂ ਸਾਰੇ ਚਿਹਰਿਆਂ ਨੂੰ ਵੀ ਜਾਣਦਾ, ਬਹੁਤ ਚੰਗੀ ਤਰ੍ਹਾਂ ਜਾਣਦਾ ਜੀ। ਕਿਹੜੇ ਚਿਹਰੇ ਉਹ ਵੀ ਦੱਸ ਦਿਓ। ਮੈਂ ਕਦੇ ਵੀ ਨੈਗੇਟਿਵਿਟੀ 'ਚ ਨਹੀਂ ਪਾਊਂਗਾ ਜੀ, ਮੇਰਾ ਪਹਿਲਾ ਦਿਨ ਹੈ ਜੀ ਇਹ, ਨਾ ਹੀ ਅੱਜ ਤੋਂ ਬਾਅਦ ਕਦੇ ਵੀ ਪਾਊਂਗਾ। ਮੈਂ ਇਹ ਕਹਿਣਾ ਵੀ ਇਹ ਸੋਚਣ ਬੰਦ ਕਰ ਦਈਏ ਵੀ ਪਹਿਲਾਂ ਕੀ ਹੋਇਆ। ਮੈਂ ਇਹ ਗੱਲ ਇਹ ਵੀ ਹੈ ਨਾ, ਜੇਕਰ ਆਮ ਆਦਮੀ ਪਾਰਟੀ ਬਦਲਾਵ ਦੀ ਗੱਲ ਕਰਦੀ ਹੈ, ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਜਿਹੜੇ ਬੱਸਾਂ ਦੇ ਕਾਰੋਬਾਰ ਦੇ ਵਿੱਚ ਲਿਪਤ ਰਹੇ ਜਾਂ ਜਿਹੜੇ ਮਾਈਨਿੰਗ ਮਾਫੀਆ ਵਾਲੇ ਸੀਗੇ ਜਾਂ ਫਿਰ ਜਿਹੜੇ ਡਰੱਗ ਮਾਫੀਆ ਦੇ ਨਾਲ ਜੁੜੇ ਹੋਏ, ਉਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਫੜ ਕੇ ਅੰਦਰ ਦਿਆਂਗੇ। ਤਾਂ ਫਿਰ ਖੁੱਲ੍ਹ ਕੇ ਦੱਸਣ ਦੇ ਵਿੱਚ ਕਿਹੜੀ ਗੱਲ ਹੈ? ਉਹ ਤਾਂ ਬਾਅਦ ਦੇ ਵਿੱਚ ਤੁਸੀਂ ਕਾਰਵਾਈਆਂ ਵੀ ਤਾਂ ਕਰਨੀਆਂ ਜੇ ਸਰਕਾਰ ਬਣ ਗਈ ਤਾਂ। ਦੇਖੋ ਹਰ ਇੱਕ ਪਾਰਟੀ ਦਾ ਮੋਟਿਵ ਹੁੰਦਾ, ਇੱਕ ਪਰਸਨਲ ਟੀਚਾ ਹੁੰਦਾ। ਮੇਰਾ ਪਰਸਨਲ ਟੀਚਾ ਤਾਂ ਗਰੋਥ ਹੈ ਜੀ, ਮੇਰਾ ਪਰਸਨਲ ਟੀਚਾ ਤਾਂ ਐਨਵਾਇਰਨਮੈਂਟ, ਮੇਰਾ ਪਰਸਨਲ ਟੀਚਾ ਇੱਥੋਂ ਦੀ ਮਿੱਟੀ, ਪਾਣੀ ਤੇ ਹਵਾ ਨੂੰ ਚੰਗਾ ਕਰਨਾ ਜੀ, ਤੇ ਸਟੇਟ ਨੂੰ ਇਹੋ ਜਿਹਾ ਬਣਾਉਣਾ ਜੋ ਮੈਂ ਪਾਲਿਸੀਜ਼ ਆਪਣੀਆਂ ਦੇ ਸਕਾਂ। ਉਸ ਪਾਰਟ ਰੱਬ ਕਰੇ ਉਸ ਲੈਵਲ 'ਤੇ ਮੈਂ ਆਵਾਂ ਇਸ ਪਾਰਟੀ 'ਚ ਵੀ ਮੈਂ ਇਹਨਾਂ ਨੂੰ ਥੋੜ੍ਹੀ ਇਸ ਆਪਣੇ ਵੱਲੋਂ ਸੁਜੈਸ਼ਨ ਦੇ ਸਕਾਂ ਕਿ ਕਿਵੇਂ ਆਪਾਂ ਸਟੇਟ ਨੂੰ ਅੱਗੇ ਲੈ ਕੇ ਜਾਈਏ ਤੇ ਕਿਵੇਂ ਸਟੇਟ ਨੂੰ ਇੱਕ ਕੈਸ਼ ਰਿਚ ਸਟੇਟ ਬਣਾਈਏ, ਤਾਂ ਜੋ ਸਾਨੂੰ ਕਿਤੇ ਹੋਰ ਪਾਸੇ ਦੇਖਣਾ ਨਾ ਪਵੇ। ਆਮ ਆਦਮੀ ਪਾਰਟੀ ਤੁਹਾਡੀ ਗੱਲਾਂ ਮੰਨ ਲਊਗੀ? ਤੁਹਾਨੂੰ ਲੱਗਦਾ ਕਿ ਜੇਕਰ ਸੱਤਾ ਦੇ ਵਿੱਚ ਇਹਨਾਂ ਦੀ ਸਰਕਾਰ ਆ ਜਾਂਦੀ ਹੈ ਤਾਂ ਫਿਰ ਤੁਸੀਂ ਕੈਪਟਨ ਸਰਕਾਰ ਦੇ ਵਿੱਚ ਵੀ ਤਾਂ ਇਹੀ ਸੋਚ ਕੇ ਗਏ ਸੀ ਕਿ ਹਾਂ ਮਾਈਨਿੰਗ ਮਾਫੀਆ ਨੂੰ ਠੱਲ ਪਾ ਦਾਂਗੇ ਜਾਂ ਹੋਰ ਜਿਹੜੇ ਮਾਫੀਆ ਪੰਜਾਬ ਦੇ ਵਿੱਚ ਪ੍ਰਚਲਿਤ ਹੈ ਉਹਨਾਂ ਨੂੰ ਠੰਡ ਪਾ ਦਾਂਗੇ, ਪਰ ਸੁਣਵਾਈ ਨਹੀਂ ਹੋਈ, ਤੁਹਾਡੇ ਵੀ ਫਾਈਲਾਂ ਜਿਹੜੀਆਂ ਬਣੀਆਂ ਬਣਾਈਆਂ ਰਹਿ ਗਈਆਂ। ਤਾਂ ਫਿਰ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਕਰ ਲੂ ਇਹ ਸਭ ਕੁਝ? ਮੈਨੂੰ ਪੂਰੀ ਉਮੀਦ ਹੈ ਜੀ, ਮੈਂ ਤੁਹਾਨੂੰ ਕਹਾਂ ਮੈਨੂੰ ਬਹੁਤ ਜ਼ਿਆਦਾ ਉਮੀਦ ਹੈ ਇਹਨਾਂ ਤੋਂ, ਤੇ ਉਹ ਉਮੀਦ ਮੈਨੂੰ ਲੱਗਦਾ ਕਿ ਬਿਲਕੁਲ ਸਹੀ ਰਹੂਗੀ ਜੀ। ਉਹਦੇ 'ਚ ਕੋਈ ਇਹ ਨਹੀਂ ਹੈ ਵੀ ਮੈਨੂੰ ਦੁਬਾਰਾ ਇਹੋ ਜਿਹਾ ਕੁਝ ਦੇਖਣਾ ਪਊਗਾ, ਕਿਉਂਕਿ ਇਸ ਵਾਰ ਬਹੁਤ ਸੋਚ ਕੇ ਸਮਝ ਕੇ ਹੀ ਇਹਨਾਂ ਨਾਲ ਲੱਗਿਆ ਜੀ, ਤੇ ਮੈਂ ਕੋਈ ਕਾਹਲੀ 'ਚ ਫੈਸਲਾ ਨਹੀਂ ਲਿਆ ਹੈ। ਤੁਸੀਂ ਮਾਈਨਿੰਗ ਮਾਫੀਆ ਦੀ ਗੱਲ ਕੀਤੀ ਹੈ, ਰੋਪੜ ਦੇ ਜ਼ਿਲ੍ਹੇ ਦੇ ਵਿੱਚ ਕਾਂਗਰਸ ਵਾਲੇ ਹੁਣ ਤਾਂ ਆਪ ਇਲਜ਼ਾਮ ਲਾਉਣ ਲੱਗ ਗਏ, ਕਿਉਂਕਿ ਲੋਕ ਜਿਹੜੇ ਆ ਉਹ ਪਹਿਲਾਂ ਬੈਠੇ ਹੋਏ ਸੀ, ਉਹ ਕਹਿੰਦੇ ਕਿ ਰੇਤ ਮਾਫੀਆ ਜਿਹੜਾ ਉਹ ਕਾਫੀ ਪ੍ਰਚਲਿਤ ਹੋ ਰਿਹਾ, ਸਾਡੀਆਂ ਸੜਕਾਂ ਜਿਹੜੀਆਂ ਨੇ ਉਹ ਟਰੱਕ ਲੰਘਦੇ ਆ ਤੋੜ ਦਿੱਤੀਆਂ ਗਈਆਂ, ਆਮ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ, ਸਾਡਾ ਜਿਹੜਾ ਸਾਰਾ ਇਲਾਕਾ ਆ ਉਹ ਕਾਫੀ ਨੁਕਸਾਨਿਆ ਜਾ ਰਿਹਾ ਇਸ, ਕਿਉਂਕਿ ਖੱਡਾਂ ਵੱਡੀਆਂ ਵੱਡੀਆਂ ਪੁੱਟ ਦਿੱਤੀਆਂ ਗਈਆਂ, ਉਹਨਾਂ ਦੇ ਵਿੱਚੋਂ ਰੇਤਾ ਕੱਢਿਆ ਜਾ ਰਿਹਾ। ਫਿਰ ਕਾਂਗਰਸ ਵਾਲੇ ਵੀ ਖੁੱਲ੍ਹ ਕੇ ਸਾਹਮਣੇ ਆ ਗਏ, ਡੀਸੀ ਕੋਲੇ ਵੀ ਗਏ, ਐਸਐਸਪੀ ਕੋਲੇ ਵੀ ਗਏ ਸ਼ਿਕਾਇਤ ਕਰਨ ਦੇ ਲਈ। ਤੁਹਾਨੂੰ ਕੀ ਲੱਗਦਾ ਕਿ ਵਾਕਈ ਹੀ ਕਾਂਗਰਸ ਵਾਲੇ ਜਿਹੜੇ ਇਸ ਦੇ ਵਿੱਚ ਜੁੜੇ ਹੋਏ ਨੇ ਲੋਕ ਜਿਹੜੇ ਆ ਉਹ ਇਸੇ ਤਰ੍ਹਾਂ ਦਾ ਮਾਫੀਆ ਜਿਹੜਾ ਉਹ ਕਾਂਗਰਸ ਦੀ ਸ਼ਹਿ 'ਤੇ ਪ੍ਰਚਲਿਤ ਹੈ? ਕਿਉਂਕਿ ਉਹਨਾਂ ਨੇ ਕਿਹਾ ਕਿ ਹਫ਼ਤੇ ਦਾ ਨਹੀਂ, ਮਹੀਨੇ ਦਾ ਨਹੀਂ, ਇੱਕ ਦਿਨ ਦੇ ਵਿੱਚ ਕਰੋੜਾਂ ਦਾ ਜਿਹੜਾ ਉਹ ਸਰਕਾਰ ਨੂੰ ਖੋਰਾ ਲੱਗ ਰਿਹਾ ਖਜ਼ਾਨੇ ਨੂੰ। ਸਰ ਮੈਂ ਪਹਿਲਾਂ ਵੀ ਇਹ ਗੱਲ ਤੁਹਾਨੂੰ ਕਹੀ ਹੈ, ਮੈਂ ਦੁਬਾਰਾ ਕਹਿ ਰਿਹਾ ਜੀ, ਇੱਕ ਵਾਰ ਫਿਰ ਰਿਪੀਟ ਕਰਦਾ ਕਿ ਮੈਨੂੰ ਇੱਕ ਇੱਕ ਚੀਜ਼ ਦਾ ਇਲਮ ਹੈ ਜੀ, ਮੈਂ ਬਹੁਤ ਨੇੜੋਂ ਇਸ ਸਿਸਟਮ ਨੂੰ ਦੇਖਿਆ ਹੈ, ਤੇ ਇੱਕ ਇੱਕ ਬੰਦੇ ਦਾ ਪਤਾ ਮੈਨੂੰ ਇਹਨਾਂ ਸਾਰੇ ਸਿਸਟਮ ਦੇ ਵਿੱਚ, ਪਰ ਮੈਂ ਕਿਸੇ ਦਾ ਕੋਈ ਮੈਂ ਨੈਗੇਟਿਵਿਟੀ ਵੱਲ ਨਹੀਂ ਜਾਂਦਾ। ਅਸੀਂ ਨਾਮ ਲੈਣ ਨੂੰ ਨਹੀਂ ਕਹਿ ਰਹੇ, ਇੰਨਾ ਪੁੱਛ ਰਹੇ ਕਿ ਕਾਂਗਰਸ ਦੇ ਲੋਕ ਜਿਹੜੇ ਆ ਉਹ ਵਾਕਈ ਹੀ ਜੁੜੇ ਹੋਏ ਆ, ਉਹਨਾਂ ਦੀ ਸ਼ਹਿ ਪ੍ਰਾਪਤ ਹੈ ਇਹੋ ਜਿਹੇ ਲੋਕਾਂ ਨੂੰ? ਹਾਂਜੀ 100% ਹੈ ਜੀ, ਇਹ ਗੱਲ ਤੇ ਮੈਨੂੰ ਕੋਈ ਉਹ ਨਹੀਂ, ਕਿਸੇ ਦਾ ਡਰ ਨਹੀਂ ਜੀ, ਇਹ 100% ਹੈ, ਇਹ ਆਈ ਹੋਇਆ। ਇਹ ਇਕੱਲਾ ਆਈ ਨਹੀਂ ਹੋਇਆ ਜੀ, ਇਹਨਾਂ ਨੇ ਇੰਨਾ ਕੁ ਵੱਡਾ ਉੱਥੇ ਜਿਹੜੀ ਮਾਈਨਿੰਗ ਦਾ ਕਾਰੋਬਾਰ ਚਲਾਇਆ, ਉਹਨੂੰ ਇੰਨੇ ਵੱਡੇ ਪੱਧਰ ਤੇ ਲੈ ਗਏ ਕਿ ਈਕੋਸਿਸਟਮ ਹੀ ਬਦਲ ਗਿਆ, ਦਰਿਆਵਾਂ ਦਾ ਜਿਹੜਾ ਰੁੱਖ ਬਦਲ ਗਿਆ। ਆਉਂਦੇ ਟਾਈਮ ਦੇ ਉੱਤੇ ਇਹ ਕੋਈ ਨੈਚੁਰਲ ਡਿਜ਼ਾਸਟਰ ਵੀ ਹੋ ਸਕਦਾ ਵੀ ਪਾਣੀ ਦਾ ਰੁੱਖ ਬਦਲ ਜੇ ਤੇ ਸ਼ਹਿਰ ਦੇ ਸ਼ਹਿਰ ਰੁੜ ਜਾਣ ਜੀ, ਤਾਂ ਇਹਨਾਂ ਨੇ ਤਾਂ ਉਸ ਲੈਵਲ ਤੱਕ ਕੀਤਾ ਜੀ, ਉਹ ਮੈਂ ਚੰਗੀ ਤਰ੍ਹਾਂ ਜਾਣਦਾ। ਆਪਾਂ ਰੇਤ ਮਾਫੀਏ ਦੀ ਗੱਲ ਕਰ ਲਈ ਹੈ, ਆਪਾਂ ਕੇਬਲ ਮਾਫੀਏ ਦੀ ਵੀ ਗੱਲ ਕਰ ਲਈ ਹੈ, ਇਸ ਤੋਂ ਇਲਾਵਾ ਤੁਹਾਨੂੰ ਹੋਰ ਕੀ ਲੱਗਦਾ ਸੀਗਾ ਕਿ ਸਰਕਾਰ ਜਿਨ੍ਹਾਂ ਦੇ ਉੱਤੇ ਜਿਹੜਾ ਸ਼ਿਕੰਜਾ ਨਹੀਂ ਕੱਸ ਸਕੀ, ਸਰਕਾਰ ਨੇ ਵਾਅਦੇ ਵੀ ਕੀਤੇ ਸੀ, ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਨਸ਼ਿਆਂ ਦਾ ਵਾਅਦਾ ਵੀ ਹੋਇਆ, ਹੋਰ ਵੀ ਕਈ ਵਾਅਦੇ ਜਿਹੜੇ ਹੋਏ ਆ, ਚਾਹੇ ਕਰਜ਼ ਮੁਆਫੀ ਦੀ ਗੱਲ ਹੋਵੇ, ਤਾਂ ਉਹਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿੰਨੀਆਂ ਖਾਮੀਆਂ ਰਹਿ ਗਈਆਂ ਸਰਕਾਰ ਦੀਆਂ, ਜਾਂ ਸਰਕਾਰ ਦੀ ਮਨਸ਼ਾ ਨਹੀਂ ਸੀ ਕਿ ਇਸ ਤਰ੍ਹਾਂ ਅਸੀਂ ਕਰ ਦਈਏ, ਵਾਅਦੇ ਕਰ ਦਿੱਤੇ ਪਰ ਪੂਰੇ ਨਹੀਂ ਕਰਨੇ ਚਾਹੁੰਦੇ ਹੁਣ?
ਦੇਖੋ ਵਾਅਦੇ ਕਰਨ ਵਾਸਤੇ ਉਹ ਜਿਹੜੇ ਵਾਅਦੇ ਕਰੀਦੇ ਆ ਜੀ, ਸਭ ਤੋਂ ਪਹਿਲਾਂ ਵਾਅਦੇ ਪੂਰੇ ਤਾਂ ਹੀ ਹੋਣਗੇ ਜੇ ਗਵਰਨਮੈਂਟ ਕੋਲ ਪੈਸੇ ਹੋਣਗੇ। ਇਹਨਾਂ ਨੇ ਇੱਕ ਵੀ ਕੋਸ਼ਿਸ਼ ਨਹੀਂ ਕੀਤੀ ਕਿ ਗਵਰਨਮੈਂਟ ਨੂੰ ਕੁਛ ਕਿਤੋਂ ਆਮਦਨ ਨੂੰ ਵਧਾਇਆ ਜਾ ਸਕੇ, ਰਾਦਰ ਦੈਨ ਗਵਰਨਮੈਂਟ ਦੇ ਉਹ ਸੋਰਸਸ, ਚਾਹੇ ਲਿਕਰ ਬਿਜ਼ਨਸ ਹੀ ਹੈ, ਉਹ ਪ੍ਰਾਈਵੇਟ ਹੱਥਾਂ 'ਚ ਕਰਤਾ ਜੀ ਸਾਰਾ, ਹੈ ਨਾ। ਤਾਂ ਉਹ ਜਿਹੜਾ ਹੈਗਾ ਪਹਿਲਾਂ ਆਪਾਂ ਕਰਜ਼ਾ ਮਾਫੀ ਦੀ ਗੱਲ ਕਰਦੇ ਹਾਂ, ਕਰਜ਼ਾ ਮਾਫੀ ਪੋਸੀਬਲ ਹੈ ਜੀ, ਇਟਸ ਨਾਟ ਕਿ ਇੰਪੋਸੀਬਲ ਹੈ, ਪੋਸੀਬਲ ਹੈ, ਪਰ ਪੋਸੀਬਲ ਕਰਨ ਤੋਂ ਪਹਿਲਾਂ ਆਪਾਂ ਆਪਣੇ ਫਾਈਨੈਂਸਿਸ ਨੂੰ ਮਜ਼ਬੂਤ ਕਰਾਂਗੇ, ਸਟੇਟ ਦੇ ਐਕਸਚੇਕਰ ਨੂੰ ਮਜ਼ਬੂਤ ਕਰਾਂਗੇ, ਹੈ ਨਾ। ਉਹ ਬਹੁਤ ਸੋਰਸਿਸ ਨਵੇਂ ਜਨਰੇਟ ਕਰਾਂਗੇ। ਈਵਨ ਐਡਵਰਟਾਈਜ਼ਿੰਗ ਪੋਲਿਸੀ ਹੀ ਲੈ ਲਓ ਜੀ, ਜਿਹੜੇ ਆਪਣੇ ਸੜਕਾਂ 'ਤੇ ਪੋਸਟਰ ਲੱਗਦੇ ਆ ਜਾਂ ਮਤਲਬ ਲੀਗਲੀ ਲੱਗਦੇ ਆ, ਕੋਈ ਐਡਵਰਟਾਈਜ਼ਿੰਗ ਹੁੰਦੀ ਹੈ, ਉਹ ਵੀ ਇਹਨਾਂ ਨੇ ਕਿ ਉਹਨੂੰ ਪ੍ਰੋਪਰ ਰੈਗੂਲਰਾਈਜ਼ ਨਹੀਂ ਕਰ ਸਕੇ ਜੀ। ਇਹ ਜੇ ਕਿਸੇ ਨੇ ਕਰਨ ਦੀ ਕੋਸ਼ਿਸ਼ ਇਹਨਾਂ ਦੇ ਆਪਸ 'ਚ ਵੀ ਕੀਤੀ, ਉਹਨੂੰ ਇਹਨਾਂ ਨੇ ਥੱਲੇ ਤਾਰਤਾ। ਤਾਂ ਇਸ ਕਰਕੇ ਜੀ ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਸੋਰਸਿਸ ਮੇਨਟੇਨ ਕਰਨੇ, ਸਾਲ 2 ਸਾਲ ਹੀ ਲੱਗਦੇ ਆ ਜੀ ਸਟੇਟ ਨੂੰ ਰਿਵਾਈਵ ਕਰਨ ਵਾਸਤੇ, ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਜੇ ਆਪਾਂ ਪ੍ਰਾਈਵੇਟ ਹੱਥਾਂ 'ਚੋਂ ਐਸੇ ਸਾਰੇ ਬਿਜ਼ਨਸ, ਲੈਕਰੇਟਿਵ ਬਿਜ਼ਨਸ ਜਿੰਨੇ ਵੀ ਇਹ ਪੈਸੇ ਬਣਦੇ ਆ, ਉਹ ਸਾਰੇ ਤਾਂ ਪ੍ਰਾਈਵੇਟ ਹੱਥਾਂ 'ਚ ਦਿੱਤੇ ਜੀ। ਜੇ ਉਹੀ ਸਰਕਾਰ ਆਪਣੇ ਹਿਸਾਬ ਨਾਲ ਚੱਲਦੀ, ਉਹਨਾਂ ਨੂੰ ਇੱਕ ਪ੍ਰੋਪਰ ਸਿਸਟਮ ਨਾਲ ਲੈ ਕੇ ਆਉਂਦੀ, ਤਾਂ ਕਰਜ਼ਾ ਮਾਫੀ ਪੋਸੀਬਲ ਸੀ ਜੀ, ਹੋ ਜਾਂਦੀ। ਹੁਣ ਤੱਕ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ। ਬੀਤੇ ਦਿਨ ਇਸੇ ਜਗ੍ਹਾ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਮਨਵਿੰਦਰ ਸਿੰਘ ਗਿਆਸਪੁਰਾ ਨੇ। ਗੁਰਦੀਪ ਰਾਣੋ ਜੋ ਕਿ ਪਾਇਲ ਦੇ ਕੋਲੇ ਪਿੰਡ ਆ, ਉਸ ਦਾ ਉੱਥੋਂ ਦਾ ਸਰਪੰਚ ਵੀ ਸਾਬਕਾ ਰਿਹਾ, ਉਹਦੇ ਉੱਤੇ ਇਲਜ਼ਾਮ ਜਿਹੜੇ ਆ ਲੱਗੇ ਸੀ। ਉਸ ਤੋਂ ਬਾਅਦ 5 ਅਧਿਕਾਰੀ ਜਿਹੜੇ ਉਹ ਵੀ ਮੁਅੱਤਲ ਕਰ ਦਿੱਤੇ ਗਏ। ਮਨਵਿੰਦਰ ਸਿੰਘ ਗਿਆਸਪੁਰਾ ਨੇ ਇਹ ਗੱਲ ਕਹੀ ਕਿ ਗੁਰਦੀਪ ਰਾਣੋ ਮਾਮਲੇ ਦੇ ਵਿੱਚ ਕਈ ਵੱਡੇ ਸਿਆਸਤਦਾਨ ਜਿਹੜੇ ਆ ਉਹ ਵੀ ਜੁੜੇ ਹੋਏ ਆ। ਉਹਨਾਂ ਨੇ ਕੋਟਲੀ ਪਰਿਵਾਰ ਦਾ ਨਾਮ ਲੈ ਦਿੱਤਾ, ਉਹਨਾਂ ਨੇ ਕੈਪਟਨ ਦੇ OSD ਜਿਹੜੇ ਆ ਉਹਨਾਂ ਦਾ ਨਾਮ ਵੀ ਲੈ ਦਿੱਤਾ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ, ਹਾਲਾਂਕਿ ਸਿੱਧੇ ਤੌਰ ਤੇ ਉਹਨਾਂ ਨੇ ਜੋੜਿਆ ਨਹੀਂ, ਪਰ ਉਹਨਾਂ ਨੇ ਕਿਹਾ ਕਿ ਇਹ ਮਾਮਲੇ ਜਿਹੜੇ ਆ ਉਹਨਾਂ ਦੇ ਨਾਲ ਇਹ ਲੋਕ ਜੁੜੇ ਹੋਏ ਨੇ। ਤੁਹਾਨੂੰ ਵੀ ਲੱਗਦਾ? ਬਾਈ ਜੀ ਮੈਨੂੰ ਤਾਂ ਪ੍ਰੋਗਰੈਸ ਵਾਲੇ ਪਾਸੇ ਹੀ ਰਹਿਣ ਦਿਓ। ਮੈਂ ਤਾਂ ਇਹੀ ਕੋਸ਼ਿਸ਼ ਕਰੂੰਗਾ ਕਿ ਆਪਾਂ ਅੱਗੇ ਨੂੰ ਚੱਲੀਏ, ਹੈ ਨਾ। ਇੱਥੋਂ ਦਾ ਫਿਰ ਉਹੀ ਐਨਵਾਇਰਨਮੈਂਟ ਤੇ ਇੱਕ ਸਟੇਟ ਨੂੰ ਅਮੀਰ ਕਰੀਏ। ਇਹ ਕੰਮ ਕੋਈ ਹੋਰ ਕਰ ਲੂਗਾ ਜੀ, ਜਿਹੜਾ ਇਹਨਾਂ ਨੂੰ ਫੜਨਾ ਜਾਂ ਨਹੀਂ ਫੜਨਾ, ਉਹ ਮੈਂ ਉਹੋ ਜਿਹਾ ਇਨਸਾਨ ਹੈ ਨਹੀਂ ਜੀ। ਮੈਂ ਪੋਜ਼ਿਟਿਵਿਟੀ ਨਾਲ ਆਇਆ, ਸ਼ਾਇਦ ਮੈਂ ਪੋਜ਼ਿਟਿਵਿਟੀ ਨਾਲ ਹੀ ਜਿਉਣਾ ਚਾਹੁੰਦਾ ਅਗਲੇ ਵੀ। ਪੋਜ਼ਿਟਿਵਿਟੀ ਆ ਪੰਜਾਬ ਵਾਸਤੇ ਆਪਾਂ ਵੇਖੀਏ ਤਾਂ ਇਹ ਵੀ ਇੱਕ ਪੋਜ਼ਿਟਿਵਿਟੀ ਆ, ਕਿਉਂਕਿ ਜਿੰਨੀ ਦੇਰ ਤੱਕ ਪੰਜਾਬ ਦੇ ਲਈ ਜੋ ਮਾੜਾ ਸੋਚ ਰਹੇ ਆ ਜਾਂ ਪੰਜਾਬ ਦੇ ਖਜ਼ਾਨੇ ਨੂੰ ਜਿਹੜੇ ਖੋਰਾ ਲਾ ਰਹੇ ਆ, ਜਿੰਨੀ ਦੇਰ ਤੱਕ ਉਹ ਕਾਬੂ ਨਹੀਂ ਆਉਣਗੇ ਤਾਂ ਉਨੀ ਦੇਰ ਤੱਕ ਪੰਜਾਬ ਦਾ ਭਲਾ ਜਿਹੜਾ ਉਹ ਕਿਸ ਤਰ੍ਹਾਂ ਹੋ ਸਕਦਾ। ਜਦੋਂ ਪਾਵਰ 'ਚ ਹੀ ਨਹੀਂ ਰਹੇ ਜੀ, ਉਹਨਾਂ ਦੇ ਕੁਝ ਮਹੀਨੇ ਰਹਿ ਗਏ ਆ, ਗਿਣਨਾ ਸ਼ੁਰੂ ਕਰ ਦਿਓ, ਤੇ ਮੈਨੂੰ ਲੱਗਦਾ 10 ਮਹੀਨੇ ਰਹਿ ਗਏ ਹੋਣੇ ਜੀ, ਤੇ 2-3 ਮਹੀਨੇ ਪਹਿਲਾਂ ਤਾਂ ਵੈਸੇ ਹੀ ਕਾਰੋਬਾਰ ਬੰਦ ਹੋ ਜਾਂਦੇ ਆ, ਤਾਂ 6 ਮਹੀਨੇ ਹੋਰ ਰਹਿ ਗਏ ਉਹਨਾਂ ਦੇ ਕਮਾਉਣ ਦੇ ਜਾਂ ਕੁਝ ਐਸਾ ਕਰਨ ਦੇ ਜੀ। ਮੈਨੂੰ ਲੱਗਦਾ ਉਸ ਤੋਂ ਬਾਅਦ ਉਹਨਾਂ ਨੂੰ ਕਦੇ ਸਾਰੀ ਜ਼ਿੰਦਗੀ ਚਾਂਸ ਨਹੀਂ ਮਿਲੂਗਾ। ਜੇ ਸਰਕਾਰ ਬਣ ਗਈ ਤਾਂ ਫਿਰ ਲੈ ਆਉਂਗੇ ਸਾਹਮਣੇ ਆਮ ਆਦਮੀ ਪਾਰਟੀ? ਹਾਂ ਜੀ, ਸਰਕਾਰ ਬਣਦੀ ਹੈ ਜੀ, ਤਾਂ ਇਸ ਕੰਮ ਕਰਨ ਨੂੰ ਹੋਰ ਮੇਰੇ ਨਾਲ ਦੇ ਭਰਾ ਬਹੁਤ ਨੇ ਜਿਹੜੇ ਕੰਮ ਕਰਨਗੇ। ਮੈਨੂੰ ਤਾਂ ਤੁਸੀਂ ਫਿਰ ਉਹੀ ਗੱਲ ਪੋਜ਼ਿਟਿਵਿਟੀ ਕਨੀ ਰਹਿਣ ਦਿਓ ਜੀ। ਮੈਂ ਖੈਰ ਇੱਥੋਂ ਦਾ ਪੌਣ ਪਾਣੀ ਸੁਧਾਰ ਸਕਾਂ ਤਾਂ ਮੈਂ ਸ਼ਾਂਤੀ ਨਾਲ ਮਰ ਸਕਦਾ ਨਹੀਂ। ਸਹੀ ਗੱਲ। ਬਿਲਕੁਲ। ਕਾਂਗਰਸ ਤੋਂ ਟੁੱਟੇ ਨੇ ਔਰ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਜੁੜੇ ਨੇ। ਇਹਨਾਂ ਤੋਂ ਸਵਾਲ ਕਈ ਪੁੱਛੇ ਗਏ, ਹਾਲਾਂਕਿ ਇਹਨਾਂ ਨੇ ਉਹਨਾਂ ਸਵਾਲਾਂ ਤੋਂ ਇਨਕਾਰ ਕੀਤਾ ਜਵਾਬ ਦੇਣ ਤੋਂ। ਜਾਣਦੇ ਬਹੁਤ ਕੁਝ ਨੇ, ਪਰ ਇਹਨਾਂ ਦਾ ਕਹਿਣਾ ਹੈ ਕਿ ਹੌਲੀ ਹੌਲੀ ਸਮਾਂ ਆਉਣ 'ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਜਾਣਗੀਆਂ, ਪਰ ਫਿਲਹਾਲ ਜਿਹੜਾ ਉਹ ਪੋਜ਼ਿਟਿਵਿਟੀ ਵੱਲ ਹੀ ਰਹਿਣ ਦਿੱਤਾ ਜਾਵੇ, ਕਿਉਂਕਿ ਪੰਜਾਬ ਦਾ ਜੇਕਰ ਭਲਾ ਕਰਨਾ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਨਸ਼ਰ ਕਰਨੀਆਂ ਪੈਣਗੀਆਂ। ਜੇਕਰ ਇਹ ਲੋਕ ਜਾਣਦੇ ਨੇ ਜਿਹੜੇ ਸਰਕਾਰ ਦੇ ਨਾਲ ਜੁੜੇ ਰਹੇ ਹੈ ਕਿ ਕੌਣ ਉਹਨਾਂ ਧੰਦਿਆਂ ਦੇ ਵਿੱਚ ਲਿਪਤ ਰਿਹਾ ਜਿਸ ਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲੱਗਦਾ ਰਿਹਾ, ਤਾਂ ਫਿਰ ਜਿੰਨੀ ਦੇਰ ਤੱਕ ਉਹ ਚਿਹਰੇ ਸਾਹਮਣੇ ਨਹੀਂ ਆਉਂਦੇ ਉਨੀ ਦੇਰ ਤੱਕ ਪੰਜਾਬ ਦਾ ਜਿਹੜਾ ਉਹ ਭਲਾ ਨਹੀਂ ਹੋਣਾ। ਹਾਲਾਂਕਿ ਕਿੰਨੀ ਦੇਰ ਇਸੇ ਤਰ੍ਹਾਂ ਹੀ ਚੁੱਪ ਰਹਿਣਗੇ ਜਾਂ ਫਿਰ ਆਉਣ ਵਾਲੇ ਸਮਿਆਂ ਦੇ ਵਿੱਚ ਉਹ ਭੇਜ ਜਿਹੜੇ ਨੇ ਉਹ ਵੀ ਖੋਲ੍ਹੇ ਜਾਣਗੇ, ਇਹ ਵੀ ਵੇਖਣਾ ਹੋਏਗਾ। ਕੈਮਰਾਮੈਨ ਪੰਕਜ ਦੇ ਨਾਲ ਮੈਂ ਜਤਿੰਦਰ ਸਿੰਘ, ਸਾਂਝਾ TV, ਚੰਡੀਗੜ੍ਹ। Please subscribe our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ।